ਸਤਿ ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੀਟੀਸੀ ਪੰਜਾਬੀ ਕੈਨੇਡਾ ਦੇ ਸ਼ੋਅ ਦਾ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ, ਜਿੱਥੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਉਹ ਕਿਹੜੇ-ਕਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਕੈਨੇਡਾ 'ਚ ਪਹੁੰਚ ਸਕਦੇ ਹੋ। ਇਹਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਹਾਂ ਕਿ ਇੱਥੇ ਰਹਿੰਦੇ ਹੋਏ ਤੁਸੀਂ ਈਜ਼ੀਲੀ PR ਕਿਵੇਂ ਲੈ ਸਕਦੇ ਹੋ ਔਰ ਕਿਹੜੇ ਪ੍ਰੋਗਰਾਮਸ ਅਵੇਲ ਕਰ ਸਕਦੇ ਹੋ। ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦੇ ਰਹੇ ਹਾਂ ਜਿਹੜੀ ਹੈ COVID-19 ਦੇ ਬਾਰੇ ਕਿ ਕੈਨੇਡੀਅਨ ਇਮੀਗ੍ਰੇਸ਼ਨ ਤੇ COVID-19 ਦਾ ਕੀ ਅਸਰ ਪਿਆ ਹੈ ਔਰ COVID-19 ਦੇ ਚੱਲਦਿਆਂ ਕੋਈ ਖਾਸ ਬਦਲਾਅ ਜਿਨ੍ਹਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਨੇ ਨੰਦਾ ਐਂਡ ਐਸੋਸੀਏਟ ਲਾਇਰਸ ਤੋਂ ਮਨਦੀਪ ਚੌਧਰੀ ਤੇ ਵਸੀਮ ਸ਼ੇਖ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਜੀ। ਜੀ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਵੇਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕਈ ਵਾਰੀ ਕੋਈ ਇਨਸਾਨ ਜਿਹੜਾ ਫਾਈਲ ਲਗਾਉਂਦਾ ਹੈ ਉਹ ਇੱਥੇ ਪਹੁੰਚ ਵੀ ਜਾਂਦਾ ਹੈ ਜਾਂ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ, ਪਰ ਉਹਦੀ ਫਾਈਲ 'ਚ ਕੁਝ ਇਸ ਤਰੀਕੇ ਨਾਲ ਕੁਝ ਗਲਤ ਧਾਰਨਾਵਾਂ ਹੋ ਜਾਂਦੀਆਂ ਨੇ ਜਾਂ ਕੁਝ ਗਲਤ ਪੇਪਰ ਲੱਗ ਜਾਂਦੇ ਨੇ ਜਿਹਦੇ ਚੱਲਦਿਆਂ ਉਹਨਾਂ ਨੂੰ ਇੱਥੇ ਆਉਣ ਤੋਂ ਮਨਾ ਹੋ ਜਾਂਦਾ ਹੈ ਜਾਂ ਫਿਰ ਉਹ ਇੱਥੇ ਰਹਿੰਦਿਆਂ ਵਾਪਸੀ ਦਾ ਜਿਹੜਾ ਉਹਨਾਂ ਨੂੰ ਹੁਕਮ ਹੋ ਜਾਂਦਾ ਹੈ। ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਮਨਦੀਪ ਜੀ ਤੁਹਾਡੇ ਤੋਂ ਕਿ ਇਨਐਡਮਿਸਿਬਿਲਿਟੀ ਇੱਕ ਵਰਡ ਹੈ ਜਿਹੜਾ ਕਾਫੀ ਪੈਨਿਕ ਕ੍ਰੀਏਟ ਕਰਦਾ ਹੈ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਵਰਡ ਹੈ ਕੀ ਔਰ ਕੀ ਇਹਦੀ ਮਤਲਬ ਕੀ ਖਾਸੀਅਤ ਹੈ ਕਿ ਇਹਨੂੰ ਸੁਣਨ ਤੋਂ ਸਾਰੇ ਜਿਹੜੇ ਨੇ ਉਹ ਕੰਨੀ ਕਤਰਾਉਂਦੇ ਨੇ। ਇਹ ਬਹੁਤ ਵਧੀਆ ਕੁਐਸਚਨ ਹੈ ਜੀ। ਇਨਐਡਮਿਸਿਬਿਲਿਟੀ ਹੁੰਦੀ ਹੈ ਕਿ ਜੀ ਕਿਸੇ ਵੀ ਕੇਸ 'ਚ ਕੋਈ ਰਿਫਿਊਜ਼ਲ ਆਉਣ ਦੀ ਰੀਜ਼ਨ ਹੁੰਦੀ ਹੈ, ਉਹਨੂੰ ਇਨਐਡਮਿਸਿਬਿਲਿਟੀ ਕਹਿੰਦੇ। ਦੇयर ਇਜ਼ ਕਪਲ ਆਫ ਰੀਜ਼ਨਸ ਹੈਗੇ ਜਿਹਦੇ ਬੇਸਿਸ ਤੇ ਇਨਐਡਮਿਸਿਬਿਲਿਟੀ ਲੱਗਦੀ ਹੈ। ਪਹਿਲੀ ਚੀਜ਼ ਹੁੰਦੀ ਹੈ ਕ੍ਰਿਮੀਨੈਲਿਟੀ। ਅਗਰ ਤੁਹਾਡੇ ਕੋਲ ਕ੍ਰਿਮੀਨਲ ਇਸ਼ੂਜ਼ ਹੈਗੇ, ਤੁਹਾਡੇ ਕ੍ਰਿਮੀਨਲ ਚਾਰजेस ਹੈਗੇ। ਸੈਕੰਡ ਹੁੰਦੀ ਹੈ ਕਿ ਤੁਸੀਂ ਮੈਡੀਕਲ ਇਨਐਡਮਿਸਿਬਲ ਹੋ ਜਾਓ, ਕਿ ਤੁਹਾਡੀ ਮੈਡੀਕਲੀ ਤੁਹਾਨੂੰ ਇਨਐਡਮਿਸਿਬਿਲਿਟੀ ਆ ਜਾਏ। ਕੋਈ ਸਰਟਨ ਡਿਜ਼ੀਜ਼ਸ ਹੈਗੇ ਜੋ ਲਿਸਟ 'ਚ ਆਉਂਦੀ ਹੈ ਮੈਡੀਕਲ ਇਨਐਡਮਿਸਿਬਿਲਿਟੀ ਦੀ। ਤੀਜੀ ਤਰੀਕੇ ਦੀ ਇਨਐਡਮਿਸਿਬਿਲਿਟੀ ਹੁੰਦੀ ਹੈ ਫਾਈਨੈਂਸ਼ੀਅਲ ਇਨਐਡਮਿਸਿਬਿਲਿਟੀ। ਕਈ ਐਪਲੀਕੇਸ਼ਨ 'ਚ PR ਦੀ ਐਪਲੀਕੇਸ਼ਨ ਹੁੰਦੀ ਹੈ ਜਾਂ ਵਰਕ ਪਰਮਿਟ ਦੀ ਐਪਲੀਕੇਸ਼ਨ ਹੁੰਦੀ ਹੈ, ਤੁਹਾਡੇ ਤੇ ਮਨੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਡੇ ਕੋਲ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ। ਅਗਰ ਉਹ ਤੁਹਾਡੇ ਕੋਲ ਉਹਨੇ ਫੰਡਸ ਨਹੀਂ ਹੈਗੇ ਤੇ ਅਗੇਨ ਤੁਹਾਡੇ ਤੇ ਫਾਈਨੈਂਸ਼ੀਅਲ ਇਨਐਡਮਿਸਿਬਿਲਿਟੀ ਲੱਗ ਜਾਂਦੀ ਹੈ। ਲਾਸਟ ਜੋ ਹੁੰਦੀ ਹੈ ਇੱਕ ਜੋ ਓਵਰਆਲ ਜਰਨਲ ਹੈਗੀ ਉਹ ਮਿਸਰਿਪ੍ਰੈਜ਼ੈਂਟੇਸ਼ਨ ਹੈ। ਅਗਰ ਤੁਹਾਡੇ ਤੇ ਮਿਸਰਿਪ੍ਰੈਜ਼ੈਂਟੇਸ਼ਨ ਲੱਗਦੀ ਹੈ, ਮੈਂ ਆਪਣੇ ਵਿਊਅਰਸ ਨੂੰ ਪਹਿਲਾਂ ਵੀ ਕਈ ਐਪੀਸੋਡਸ 'ਚ ਕਹਿ ਰੱਖਿਆ ਕਿ ਇਟਸ ਵੈਰੀ ਸੀਰੀਅਸ ਕੰਸੀਕੁਐਂਸਸ। ਇਹਦੇ 'ਚ 5 ਸਾਲ ਦਾ ਬੈਨ ਲੱਗ ਜਾਂਦਾ। ਓਵਰਆਲ ਇਨਐਡਮਿਸਿਬਿਲਿਟੀਜ਼ ਇਹ ਹੁੰਦੀ ਹੈ ਜਿਹਦੇ ਕਰਕੇ ਇਮੀਗ੍ਰੇਸ਼ਨ ਆਫਿਸਰ ਇੱਕ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਸਕਦਾ ਹੈ। ਇਵਨ ਸਿਟੀਜ਼ਨਸ਼ਿਪ ਐਪਲੀਕੇਸ਼ਨ ਤੱਕ ਤੁਹਾਨੂੰ ਇਨਐਡਮਿਸਿਬਿਲਿਟੀ ਨਹੀਂ ਹੋਣੀ ਚਾਹੀਦੀ। ਇਸ ਐਪੀਸੋਡ 'ਚ ਆਪਾਂ ਟਰਾਈ ਕਰਾਂਗੇ ਕਿ ਤੁਹਾਨੂੰ ਪੂਰਾ ਓਵਰਵਿਊ ਦਿੱਤਾ ਜਾਏ ਇਸ ਇਨਐਡਮਿਸਿਬਿਲਿਟੀਜ਼। ਜੀ ਵਸੀਮ ਜੀ, ਅੱਗੇ ਚੱਲਦੇ ਹਾਂ ਤੁਹਾਡੇ ਵੱਲ। ਇੱਕ ਜਿਵੇਂ ਮਨਦੀਪ ਜੀ ਨੇ ਦੱਸਿਆ ਕਿ ਤੁਹਾਡਾ ਰਿਜੈਕਸ਼ਨ ਹੋ ਜਾਵੇ, ਬਹੁਤ ਵਾਰੀ ਇਹ ਕਨਫਿਊਜ਼ਨ ਰਹਿੰਦੀ ਹੈ ਕਿ ਰਿਜੈਕਸ਼ਨ ਨੂੰ ਹੀ ਅਸੀਂ ਮੰਨ ਲਈਏ ਕਿ ਉਹੀ ਇਨਐਡਮਿਸਿਬਿਲਿਟੀ ਹੈ ਜਾਂ ਫਿਰ ਰਿਜੈਕਸ਼ਨ ਔਰ ਇਹਨਾਂ ਦੋਨਾਂ 'ਚ ਕੋਈ ਡਿਫਰੈਂਸ ਹੈ। ਔਰ ਇਹਦੇ ਨਾਲ ਹੀ ਇਹ ਜਾਣਨਾ ਚਾਹਾਂਗੇ ਕਿ ਕੈਨੇਡਾ ਦੇ ਅੰਦਰ ਰਹਿ ਕੇ ਵੀ ਤੁਹਾਨੂੰ ਇਹ ਪ੍ਰੋਬਲਮ ਫੇਸ ਹੋ ਸਕਦੀ ਹੈ ਜਾਂ ਜਿਹੜੇ ਸਿਰਫ ਆਊਟਸਾਈਡ ਕੈਨੇਡਾ ਫਾਈਲ ਲਗਾਉਂਦੇ ਨੇ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ। देखो, ये इनएडमिसिबिलिटी इशू है ना, इट्स अ बिग काइंड ऑफ थिंग। कोई छोटी चीज़ नहीं है। कोई भी एप्लीकेशन आप लगाते हैं, चाहे आप कनाडा में हैं चाहे आप कनाडा से बाहर हैं, इमिग्रेशन ऑफिसर हर चीज़ को देखता है। एक तो आपकी एलिजिबिलिटी होती है जो एप्लीकेशन आप लगाते हैं उसको। मान लो कि आपने PR की एप्लीकेशन लगाई है एक्सप्रेस एंट्री में एज ए स्किल वर्कर, तो स्किल वर्कर का एक क्राइटेरिया आपने फुलफिल करना है, वो तो है ही है। उसके अलावा इमिग्रेशन ऑफिसर या कैनेडियन इमिग्रेशन डिपार्टमेंट ये देखता है कि जो बंदे को आप एंट्री दे रहे हो या जिनको भी आप PR बना रहे हो या सिटीज़न बना रहे हो, उनकी जो क्रिमिनलिटी, मेडिकल, फाइनेंशियल सभी चीज़ें उनकी ठीक से हैं। अगर कहीं भी उनको कोई दिक्कत है, सपोज़ करो उन्होंने पहले कोई मिसप्रेजेंटेशन किया है या तो कोई एप्लीकेशन उन्होंने ठीक से डिस्क्लोज़ नहीं की। इट इज़ वेरी इंपॉर्टेंट दैट पुराने जो आपके रिफ्यूज़ल हैं वो आप डिस्क्लोज़ करें। अब अगर आप कहीं नहीं करते तो वो भी एक मिसप्रेजेंटेशन है। जैसा मनदीप जी ने बताया कि इनएडमिसिबिलिटी होती है वो बहुत तरह की है। एक तो जो मेजर होती है वो क्रिमिनलिटी होती है कि कोई भी आदमी का जो है वो क्रिमिनल बैकग्राउंड जो है वो सारा कुछ क्लियर होना चाहिए। सो वो तो है ही है। अब ये चीज़ें जो कनाडा में रह के जो लोग आते हैं, सपोज़ करो स्टूडेंट यहाँ पे आए, उनकी कोई इश्यू हो गए तो वो PR में उनको प्रॉब्लम होगी। अब PR जो है, सपोज़ करो परमानेंट रेसिडेंट तो है, बट सपोज़ करो उन्होंने कोई क्रिमिनलिटी से उनका इश्यू हो गया या तो गवर्नमेंट ने कहीं पे फाइंड किया कि भाई
इनकी जो पुरानी एप्लीकेशंस जो हैं या जो भी एप्लीकेशन करके यहाँ पे पीआर बने थे वो फ्रॉडलेंट डॉक्यूमेंट लेके यहाँ पे आए थे और उन्होंने कोई इन्फॉर्मेशन पहले नहीं लगाई है, तो दैट कुड आल्सो लीड टुवर्ड्स इनएडमिसिबिलिटी और उनका जो पीआर है वो जा सकता है। अब ये चीज़ों में इसमें कहीं और थोड़ा मैं ज़्यादा जाऊँ तो कई चीज़ें ये होती हैं कि वहाँ पे इनएडमिसिबिलिटी इन अ सेंस ये होती है कि अब जैसे स्पाउसल स्पॉन्सरशिप एप्लीकेशन है, उसमें ये होता है कि आप यहाँ पे कनाडा में आए हैं, आपको किसी ने स्पॉन्सर किया है, आप कनाडा में आ गए, लेकिन समहाउ आपकी रिलेशनशिप नहीं चली एंड देन यू वांट टू टेक डिवोर्स एंड रीमैरी अगेन एंड यू वांट टू स्पॉन्सर योर न्यू स्पाउस। इन दैट केस उनकी इनएडमिसिबिलिटी इस वे में होती है कि वो 5 साल का बैन लग जाता है उनको। सो इनएडमिसिबिलिटी इज इन डिफरेंट वेज। कनाडा में आदमी है उनके लिए भी एप्लीकेंट है, कनाडा से बाहर जो लोग अप्लाई कर रहे हैं उन लोगों के लिए भी है, सभी के लिए है। जी ਮਨਦੀਪ ਜੀ, ਜਿਵੇਂ ਵਸੀਮ ਜੀ ਨੇ ਦੱਸਿਆ ਕਿ ਜਿਹੜਾ ਲੇਟੈਸਟ ਕੇਸ ਇਹਨਾਂ ਨੇ ਦੱਸਿਆ ਕਿ ਜੇ ਕੋਈ ਸਪਾਊਸ ਇੱਥੇ ਆਏ ਨੇ, ਮੈਰਿਡ ਸੀਗੇ ਔਰ ਬਾਅਦ 'ਚ ਉਹਨਾਂ ਦੀ ਨਹੀਂ ਬਣੀ ਔਰ ਉਹ ਸੈਪਰੇਟ ਹੋ ਜਾਂਦੇ ਨੇ, ਇਹ ਵੈਰੀ ਮਤਲਬ ਅਗਰ ਇਸ ਕੇਸ 'ਚ ਅਸੀਂ ਦੇਖੀਏ ਤਾਂ ਜੈਨੂਅਨ ਕੇਸ ਹੈ ਕਿ ਕੋਈ ਵੀ ਆਇਆ ਔਰ ਉਹਦੀ ਨਹੀਂ ਬਣੀ ਆਪਸ 'ਚ, ਉਹਨਾਂ ਨੇ ਰੀਮੈਰਿਜ ਦਾ ਸੋਚ ਲਿਆ, ਫਿਰ ਉਹ ਜਿਹੜਾ ਉਹਨਾਂ ਦਾ ਨੈਕਸਟ ਸਪਾਊਸ ਹੈ ਜਾਂ ਜਿਹੜਾ ਵੁੱਡ ਵੀ ਹੈ ਉਹ ਕਿਉਂ ਨਹੀਂ ਐਂਟਰ ਹੋ ਸਕਦਾ ਜਾਂ ਉਹਨਾਂ ਤੇ ਬੈਨ ਲੱਗਣ ਦੇ ਕਿਉਂ ਚਾਂਸਸ ਨੇ? ਬੇਸਿਕਲੀ ਜਿੱਦਾਂ ਵਸੀਮ ਜੀ ਨੇ ਕਿਹਾ ਕਿ ਯਾਰ ਇਹ ਸਪੈਸੀਫਿਕ ਰਿਸਟ੍ਰਿਕਸ਼ਨ ਜੋ ਹੈਗੀ ਹੈ ਸਪਾਊਸਲ ਐਪਲੀਕੇਸ਼ਨ 'ਚ ਹੀ ਹੈਗੀ ਹੈ। ਲੌਜਿਕ ਇਜ਼ ਇਮੀਗ੍ਰੇਸ਼ਨ ਦਾ ਜੋ ਐਕਟ 'ਚ ਜੋ ਉਹਨਾਂ ਦਾ ਲੌਜਿਕ ਹੈ ਉਹਨਾਂ ਦਾ ਇਹ ਹੈਗਾ ਕਿ ਵੈਨ ਯੂ ਆਰ ਸਪਾਂਸਰਡ ਬਾय ਸਮਬਡੀ ਤੁਸੀਂ ਰੀਮੈਰਿਜ ਕੈਨੇਡਾ 'ਚ ਕਰ ਸਕਦੇ, ਨੋਟ ਅ ਪ੍ਰੋਬਲਮ, ਬਟ ਯੂ ਕਾਂਟ ਵਿਦਿਨ ਨੈਕਸਟ 5 years once you get sponsored to sponsor somebody, ਤੁਸੀਂ ਸਪਾਂਸਰ ਨਹੀਂ ਕਰ ਸਕਦੇ। मैं हाइपोथेटिक एग्जांपल देता है कि somebody came in 2020 च वो landed हुए and somehow things doesn't work out and 2021 च 2022 च they get divorced, so that person who came in 2020 वो next 5 years 2025 तक back home तो sponsor नहीं कर सकता, but there is no restriction in getting married in Canada, पर ये specific सिर्फ spousal application वास्ते। ਜਿਹੜੀ ਮੈਡੀਕਲ ਦੀ ਤੁਸੀਂ ਗੱਲ ਕੀਤੀ, ਅਗਰ ਮੰਨ ਲਓ ਕੋਈ ਪੀਆਰ ਹੈ ਔਰ ਪੀਆਰ ਤੋਂ ਬਾਅਦ ਉਹਨੇ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ ਹੈ ਔਰ ਇਨ ਬਿਟਵੀਨ ਕੋਈ ਮੈਡੀਕਲ ਚੇਂਜਸ ਉਹਦੇ 'ਚ ਆ ਜਾਂਦੇ ਨੇ ਔਰ ਕੋਈ ਉਹਨਾਂ ਨੂੰ ਟਰਬਲ ਹੋ ਜਾਂਦੀ ਹੈ ਹੈਲਥ ਵਾਈਜ਼, ਤਾਂ ਕੀ ਉਹਨਾਂ ਦੀ ਸਿਟੀਜ਼ਨਸ਼ਿਪ 'ਚ ਵੀ ਕੋਈ ਪ੍ਰੋਬਲਮ आ सकती है? नहीं जी, को सिटीजनशिप का क्राइटेरिया इज टोटली डिफरेंट। सिटीजनशिप में सिर्फ क्रिमिनलिटी आपकी होती है वो देखते हैं और जो आपका कनाडा में रहने का जो स्टेटस है दैट इज़ व्हाट इट इज़ इम्पॉर्टेंट। मेडिकल इनएडमिसिबिलिटी जो है वो सिटीजनशिप के लिए इट्स नॉट, कोई मायने नहीं रखती उसमें, ठीक है ना। सो अगर आपकी मेडिकली इफ यू आर फिट और नॉट फिट दैट हैज नॉट नो इम्प्लीकेशन ऑन योर सिटीजनशिप एप्लीकेशन, बट यू जस्ट हैव टू फुलफिल द क्राइटेरिया टू अप्लाई फॉर सिटीजनशिप। जैसे लैंग्वेज का है, क्रिमिनलिटी का है, वो सारी चीज़ें आपने क्लियर करनी है, दैट्स ऑल। जी ਜੀ ਮਨਦੀਪ ਜੀ, ਜਿਵੇਂ ਵਸੀਮ ਜੀ ਨੇ ਕਿਹਾ ਕਿ ਕ੍ਰਿਮੀਨਲ ਚਾਰਜਸ ਜਿਹੜੇ ਨੇ ਉਹ ਕਾਫੀ ਕਿਤੇ ਨਾ ਕਿਤੇ ਇੰਪੋਰਟੈਂਸ ਰੱਖਦੇ ਨੇ, ਈਵਨ ਇਫ ਜਦੋਂ ਤੁਸੀਂ ਪੀਆਰ ਹੋ ਗਏ ਹੋ ਤਾਂ ਵੀ। ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਐਕਸੀਡੈਂਟ ਹੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਔਰ ਹਿੱਟ ਐਂਡ ਰਨ ਵਰਗੇ ਕੇਸ ਹੋ ਜਾਂਦੇ ਨੇ। ਇਹਦੇ 'ਚ ਵੀ ਕੋਈ ਕ੍ਰਿਮੀਨਲ ਚਾਰਜਸ ਹੈ, ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਹਿੱਟ ਐਂਡ ਰਨ ਵਰਗੀ ਚੀਜ਼ ਕੋਈ ਹੋ ਗਈ, ਕੋਈ ਵਾਇਲੈਂਟ ਐਕਟ 'ਚ ਇਨਵੋਲਵ ਹੋ ਗਿਆ, ਪਰ ਉਹ ਹੈ ਹੱਲੇ ਵਰਕ ਪਰਮਿਟ ਤੇ ਉਹਨਾਂ 'ਤੇ ਕੀ ਇਫੈਕਟ ਪੈਂਦਾ ਹੈ, ਬਟ ਅਗਰ ਕੋਈ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਹਨਾਂ 'ਤੇ ਕੀ ਇਫੈਕਟ ਪੈਂਦਾ ਹੈ? ਤੁਹਾਡੇ ਤੋਂ ਜਾਣਨਾ ਚਾਹਾਂਗੇ ਬਰੀਫ ਦੇ ਵਿੱਚ। ਹਾਂਜੀ, ਬੇਸਿਕਲੀ ਜਦ ਆਪਾਂ ਮੈਂ ਪਹਿਲਾਂ ਡਿਸਕਸ ਕਰਾਂਗਾ ਵਰਕ ਪਰਮਿਟ ਤੇ, ਅਗਰ ਕੋਈ ਵਰਕ ਪਰਮਿਟ ਤੇ ਹੈਗਾ, ਉਹਨਾਂ ਦੇ ਕ੍ਰਿਮੀਨਲ ਚਾਰजेस ਹੈਗੇ ਤੇ ਇਮੀਗ੍ਰੇਸ਼ਨ ਦੇ ਕੋਲ ਜਦੋਂ ਐਪਲੀਕੇਸ਼ਨ ਲਾਉਂਦੇ ਪੀਆਰ ਵਾਸਤੇ ਉਹਨਾਂ ਨੂੰ ਅਗੇਨ ਕ੍ਰਿਮੀਨੈਲਿਟੀ ਦਾ ਇਸ਼ੂ ਓਵਰਕਮ ਕਰਨਾ ਪੈਂਦਾ ਹੈ, ਠੀਕ ਹੈ ਜੀ। ਲੋਟ ਆਫ ਪੀਪਲ, ਸਭ ਤੋਂ ਪਹਿਲਾਂ ਆਪਾਂ ਨੂੰ ਅੰਡਰਸਟੈਂਡ ਕਰਨਾ ਪੈਣਾ ਹੈ ਕ੍ਰਿਮੀਨਲ ਚਾਰजेस ਲਾਉਣਾ ਤੇ ਪ੍ਰੂਵ ਇਨ ਅ ਕੋਰਟ ਇਜ਼ ਅ ਡਿਫਰੈਂਟ ਥਿੰਗ, ਠੀਕ ਹੈ। ਤੁਹਾਡੇ ਤੋਂ ਪੁਲਿਸ ਕੇਸ ਸਟਾਰਟ ਹੋਇਆ ਹੈ, ਤੁਹਾਡੇ ਤੇ ਕ੍ਰਿਮੀਨਲ ਚਾਰजेस ਸਟਾਰਟ ਹੋਏ, ਇਟ ਡਸਨਟ ਮੀਨ ਤੁਸੀਂ ਇਨਐਡਮਿਸਿਬਲ ਹੋ ਗਏ। ਜਿੱਦਾਂ ਮੈਂ ਪਹਿਲਾਂ ਵੀ ਆਪਣੇ ਐਪੀਸੋਡ 'ਚ ਆਪਣੇ ਵਿਊਅਰਸ ਨੂੰ ਕਿਹਾ ਸੀ ਕਿ ਦ ਮੋਮੈਂਟ ਯੂ ਗੈਟ ਅ ਕ੍ਰਿਮੀਨਲ ਚਾਰजेस, ਫੋਲੋ ਅਪ ਵਿਦ ਅ ਗੁੱਡ ਇਮੀਗ੍ਰੇਸ਼ਨ ਲਾਇਰ ਤੇ ਕ੍ਰਿਮੀਨਲ ਲਾਇਰ, ਬਿਕਾਜ਼ ਬੋਥ ਨੀਡ ਟੂ ਵਰਕ ਟੁਗੇਦਰ ਇਨ ਆਰਡਰ ਟੂ ਮੇਕ ਸ਼ੋਰ ਕਿ ਤੁਹਾਡੇ ਤੇ ਇਨਐਡਮਿਸਿਬਿਲਿਟੀ ਨਾ ਲੱਗੇ, ਠੀਕ ਹੈ ਜੀ। ਇਹ ਤਾਂ ਹੋ ਗਿਆ ਵਰਕ ਪਰਮਿਟ ਤੇ। ਜਦ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਹੁੰਦੇ ਹੋ, ਅਗਰ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਹੋਏ ਤੇ ਇਮੀਗ੍ਰੇਸ਼ਨ ਕੈਨੇਡਾ ਨੇ ਇੱਕ ਸਪੈਸੀਫਿਕ ਬਣਾ ਰੱਖਿਆ ਸੀਰੀਅਸ ਕ੍ਰਿਮੀਨੈਲਿਟੀ, ਜਿਸ ਸਪੈਸੀਫਿਕ ਸੈਕਸ਼ਨ 36 ਸੈਕਸ਼ਨ ਐਪਲੀਕੇਬਲ ਹੁੰਦਾ ਹੈ, ਜਿਹਦੇ ਸਪੈਸੀਫਿਕਲੀ ਕਹਿ ਰੱਖਿਆ ਅਗਰ ਤੁਹਾਡੇ ਤੇ ਕ੍ਰਿਮੀਨਲ ਇੱਕ ਲਿਸਟ ਹੈਗੀ ਹੈ ਇੰਡਾਈਟੇਬਲ ਆਫੈਂਸਿਸ ਦੀ, ਅਗਰ ਉਹ ਚਾਰजेस ਹੈਗੇ ਆ ਜਿਸ ਕੇਸਿਸ 'ਚ ਤੁਹਾਨੂੰ 10 years ਐਂਡ ਮੋਰ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ, ਉਹ ਇੰਡਾਈਟਮੈਂਟ ਲਿਸਟ ਹੁੰਦੀ ਹੈ। ਜਾਂ ਤੁਸੀਂ ਸਮਰੀ ਕਨਵਿਕਸ਼ਨਸ ਹੋ ਜਾਏ ਤੁਹਾਡੇ ਤੇ 2 ਤੇ ਮੋਰ, ਤੁਸੀਂ ਕ੍ਰਿਮੀਨਲੀ ਇਨਐਡਮਿਸਿਬਲ ਹੋ ਜਾਂਦੇ। ਉਸ ਕੇਸ 'ਚ ਕੀ ਹੁੰਦਾ ਹੈ ਕਿ ਇਮੀਗ੍ਰੇਸ਼ਨ ਆਫਿਸਰ
ਜਦ ਤੁਹਾਡੇ ਤੇ ਕ੍ਰਿਮੀਨਲ ਐਡਮਿਸਿਬਿਲਿਟੀ ਹੋ ਗਈ ਤੇ ਨਾਰਮਲੀ CBSA ਆਫੀਸਰਸ ਨੋ they are connected with the court system. A hypothetical example है somebody has a drink and driving offenses हुआ ऐसी somebody get charged उन्होंने अपनी guilty plea कर ली and in the end CBSA officer get involved in it क्योंकि उन्होंने पता चल जाता है this is a person, this is his status. So CBSA officer की करता है वो specifically एक report write कर देता है कि ये बंदा inadmissible हो गया due to serious criminality. ਜਦੋਂ ਤੁਹਾਡੀ ਰਿਪੋਰਟ ਤੁਹਾਡੇ ਤੇ ਅਗੇਂਸਟ ਆ ਗਈ ਹੈ ਮੇਰੀ ਰਿਕਮੈਂਡੇਸ਼ਨ ਅਗੇਨ ਹੋਏਗੀ ਕੋਈ ਵੀ ਪਰਸਨ ਜੋ ਲਿਸਨ ਕਰ ਰਿਹਾ ਹੈ ਉਹ ਫਾਲੋ ਅਪ ਕਰੇ ਰਾਈਟ ਅਵੇ ਇੱਕ ਇਮੀਗ੍ਰੇਸ਼ਨ ਲਾਇਰਸ ਨੂੰ ਇਹਦੇ ਨਾਲ ਕੀ ਹੁੰਦਾ ਹੈ ਕਿ ਨੈਕਸਟ ਸਟੈਪ ਇਜ਼ ਇਮੀਗ੍ਰੇਸ਼ਨ ਟਰਾਈ ਕਰਦੀ ਹੈ ਕਿ ਨਾਓ ਵੀ ਵਾਂਟ ਟੂ ਟੇਕ ਯੂਰ PR ਫਰਮ ਯੂ ਇਹ ਵੈਰੀ ਸੀਰੀਅਸ ਹੁੰਦਾ ਹੈ ਬਟ ਇਹਦੇ ਵਾਸਤੇ ਉਹਨਾਂ ਨੂੰ ਅਪੀਲ ਤੇ ਜਾਣਾ ਪੈਂਦਾ ਡਿਫਰੈਂਟ ਡਿਪੈਂਡਿੰਗ ਅਪਨ ਤੁਹਾਡੇ ਤੇ ਕਿਸ ਲੈਵਲ ਤੇ ਅਗਰ ਤੁਸੀਂ ਇਨਕਾਰਸਨੇਟਡ ਹੋ ਅਗਰ ਤੁਸੀਂ ਜੇਲ੍ਹ 'ਚ ਹੋ ਤੇ ਅਗਰ ਤੁਹਾਡੇ ਤੇ ਸੀਰੀਅਸ ਕ੍ਰਿਮੀਨਲ ਚਾਰजेस ਲੱਗੇ ਐਂਡ ਯੂ ਆਰ देयर ਫॉर more than 2 years there is certainly even more than 6 months agar tusi charges ho te immigration officers CBSE ਨਾਲ ਮਿਲ ਕੇ deputation ਦੀ proceeding start ਕਰ ਸਕਦੇ so it's very important in ਇੱਕ ਹੋਰ ਚੀਜ਼ ਮੈਂ ਤੁਹਾਨੂੰ emphasize ਕਰਨਾ ਚਾਹਾਂਗਾ criminality ਦਾ ਮਤਲਬ ਇਹ ਨਹੀਂ ਕਿ criminality in Canada itself ਅਗਰ ਤੁਸੀਂ back home ਚ ਵੀ criminal charges ਹੋ ਰੱਖੇ that also can be included ਜੀ ਸਵਾਲ ਅਜੇ ਹੋਰ ਵੀ ਨੇ ਪਰ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਤੁਸੀਂ ਦੇਖਦੇ ਰਹੋ ਦ ਇਮੀਗ੍ਰੇਸ਼ਨ ਸ਼ੋ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਬ੍ਰੇਕ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਦ ਇਮੀਗ੍ਰੇਸ਼ਨ ਸ਼ੋ ਤੇ ਗੱਲਬਾਤ ਚੱਲ ਰਹੀ ਹੈ ਬਹੁਤ ਮਹੱਤਵਪੂਰਨ ਮੁੱਦੇ ਤੇ ਜਿਹੜਾ ਹੈ ਕਿ ਕੀ ਹੋਵੇ ਜੇ ਤੁਹਾਨੂੰ ਕੈਨੇਡਾ 'ਚ ਆਉਣ ਦੀ ਮਨਾਹੀ ਹੋ ਜਾਵੇ ਜਾਂ ਕੈਨੇਡਾ ਤੋਂ ਵਾਪਸੀ ਦਾ ਹੁਕਮ ਹੋ ਜਾਵੇ ਜੀ ਮਨਦੀਪ ਜੀ ਗੱਲਬਾਤ ਕਰ ਰਹੇ ਸੀ ਅਸੀਂ ਕਿ ਅਗਰ PR ਤੇ ਜਾਂ ਵਰਕ ਪਰਮਿਟ ਤੇ ਵੀ ਇਨਸਾਨ ਹੋਵੇ ਔਰ ਉਹਦੇ ਤੇ ਕੋਈ ਕ੍ਰਿਮੀਨਲ ਚਾਰजेस ਲੱਗ ਜਾਣ ਤਾਂ ਉਹਦੇ ਲਈ ਔਖਾ ਹੋ ਜਾਂਦਾ ਇੱਥੇ ਰਹਿਣਾ ਔਰ ਇਹ ਪੁੱਛਣਾ ਚਾਹਾਂਗੇ ਕਿ ਉਹਦੇ ਲਈ ਆਪਣੇ ਲਈ ਤਾਂ ਔਖਾ ਹੋ ਜਾਂਦਾ ਔਰ ਉਹਦੇ ਤੇ ਚਾਰजेस ਵੀ ਨੇ ਉਹਨੇ ਅੱਗੇ ਫਾਈਲ ਵੀ ਆਪਣੀ ਪ੍ਰੋਸੀਡ ਕਰਨੀ ਸੀਗੀ ਜੀ ਇਨ ਬਿਟਵੀਨ ਉਹਨੇ ਕਿਸੇ ਨੂੰ ਸਪਾਂਸਰ ਕਰਨਾ ਹੋਵੇ ਆਪਣੇ ਹਸਬੈਂਡ ਵਾਈਫ ਨੂੰ ਜਾਂ ਪੈਰੈਂਟਸ ਨੂੰ ਸਪਾਂਸਰ ਕਰਨਾ ਹੋਵੇ ਉਹਨਾਂ ਤੇ ਵੀ ਕੋਈ ਇਦਾਂ ਦੀ ਜਿਹੜੀ ਰਿਸਟ੍ਰਿਕਸ਼ਨ ਲੱਗਦੀ ਹੈ ਫਿਰ ਹਾਂਜੀ ਬੇਸਿਕਲੀ ਸਪੈਸ਼ਲੀ ਅਗਰ ਤੁਸੀਂ ਵਰਕ ਪਰਮਿਟ ਤੇ ਹੋ ਤੇ ਦੈਨ ਤੁਹਾਡੇ ਤੇ ਕ੍ਰਿਮੀਨਲ ਚਾਰजेस proof ਹੋ ਰੱਖਿਆ ਹੈ ਤੁਹਾਡੇ ਤੇ ਚਾਰजेस ਲੱਗ ਚੁੱਕੇ ਹੈ then it will be hard for you to sponsor your spouse back home ਤੋਂ sponsor ਕਰਨਾ difficult ਹੋ ਜਾਏਗਾ ਕਿਉਂਕਿ ਤੁਸੀਂ criminally inadmissible ਹੋ ਜਾਓਗੇ ਕੈਨੇਡਾ ਵਾਸਤੇ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ emphasize ਇਸ ਇਨ ਮੈਟਰ 'ਚ ਤੁਹਾਨੂੰ ਆਪਣਾ ਜਜਮੈਂਟ ਨਹੀਂ ਕਰਨੀ ਚਾਹੀਦੀ ਹੈ get a good lawyer ਜੋ ਤੁਹਾਡੀ ਅਸਿਸਟੈਂਸ ਕਰ ਸਕਦਾ ਹੈ because certain exceptions ਹੈਗੇ ਹੈ ਕ੍ਰਿਮੀਨਲ ਰਿਹੈਬਿਲਿਟੇਸ਼ਨ ਦੀ ਰੂਟੀਨ ਬੇਸਿਸ ਤੇ ਆਪਣਾ ਆਫਿਸ ਨੂੰ ਡੀਲ ਕਰਦਾ ਹੈ ਦੂਜੀ ਥਿੰਗ ਹੁੰਦੀ ਹੈ ਅਗਰ ਤੁਸੀਂ ਪਰਮਨੈਂਟ ਰੈਜ਼ੀਡੈਂਸ ਹੋ ਤੇ ਤੁਹਾਡੇ ਤੇ ਕ੍ਰਿਮੀਨਲ ਚਾਰजेस ਲੱਗ ਗਏ ਡਿਪੈਂਡਿੰਗ ਅਪਨ ਵਾਟ ਟਾਈਪ ਆਫ ਕ੍ਰਿਮੀਨਲ ਚਾਰजेस ਸਰਟਨ ਟਾਈਪਸ 'ਚ ਤੁਸੀਂ ਆਪਣੇ ਸਪਾਊਸ ਨੂੰ ਸਪਾਂਸਰ ਨਹੀਂ ਕਰ ਸਕਦੇ ਠੀਕ ਹੈ ਪਹਿਲਾ ਐਕਸੈਪਸ਼ਨ ਹੈਗਾ ਕਿ ਅਗਰ ਇਨ ਕੇਸ ਯੂ ਆਰ ਇਨ ਅ ਜੇਲ 100% ਯੂ ਕਾਂਟ ਸਪਾਂਸਰ ਦੂਜਾ ਹੈਗਾ ਕਿ ਤੁਹਾਡੇ ਤੇ ਚਾਰजेस ਜੋ ਹੈਗੇ ਹੈ ਉਹ ਵਾਇਲੈਂਟ ਕ੍ਰਾਈਮਸ ਦੇ ਹੈਗੇ ਇੰਕਲੂਡਿੰਗ assault specifically sexual assault ਇਹੋ ਜਿਹੇ ਚਾਰजेस ਹੈਗੇ ਜੋ ਵਾਇਲੈਂਟ ਹੈਗੇ ਉਸ ਕੇਸਿਸ 'ਚ ਤੁਸੀਂ ਇਨਐਲੀਜੀਬਲ ਹੋ ਜਾਂਦੇ ਹੋ ਕ੍ਰਿਮੀਨੈਲਿਟੀ ਦੇ ਬੇਸ ਤੇ ਬਟ ਇਨ ਜਨਰਲ ਡਿਪੈਂਡਿੰਗ ਅਪਨ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਹੋ ਇਵਨ ਸਿਟੀਜ਼ਨ ਹੋਣ ਤੋਂ ਬਾਅਦ ਵੀ there is a very limited chance कि immigration Canada still can take away your immigration even after citizenship but बहुत narrow mind हो जाता है सब तो easy ਹੁੰਦਾ है immigration Canada ਨੂੰ if deport ਕਰਨਾ ਹੈਗਾ work permit ਤੇ visitor visa ਤੇ ਕਿਉਂਕਿ ਉਹ temporary basis ਹੁੰਦੇ then ਉਸ ਤੋਂ ਬਾਅਦ difficult ਹੁੰਦਾ ਹੈ permanent basis ਤੇ last option ਹੁੰਦੀ ਹੈ citizenship ਤੇ most probably the moment you get charged contact a criminal lawyer and an immigration lawyer so that they can assist you ਜੀ ਮਨਦੀਪ ਜੀ ਵਸੀਮ ਜੀ ਹੁਣ ਸਾਨੂੰ ਸਾਡੇ ਵਿਊਅਰਸ ਨੇ ਕਾਫੀ ਸਵਾਲ ਵੀ ਭੇਜੇ ਨੇ ਸਵਾਲ ਕਾਫੀ ਮਿਕਸ ਨੇ ਔਰ ਇੱਕ ਪੈਨਿਕ ਵੀ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਕਦੋਂ ਆ ਸਕਦੇ ਆ ਕਿਵੇਂ ਆ ਸਕਦੇ ਆ ਸਪੈਸ਼ਲੀ कोविड-19 ਦੇ ਚੱਲਦੇ ਆ अभी एक जो नई चेंजेस लेटेस्ट जो आए हैं वो इंटरनेशनल स्टूडेंट्स के रिलेटेड है कि जिन लोगों को मार्च 18 के पहले स्टूडेंट वीज़ा ग्रांट हुआ है बट समहाउ दे आर नॉट एबल टू ट्रैवल सो वो लोग अपने कंट्री में रह के ऑनलाइन दे कैन स्टिल do their courses 50% of their online courses are still eligible to apply for their postgraduate work permit
सो ये एक लेटेस्ट चेंजेस जो लास्ट वीक में हुए हैं वो ये है कि जो बच्चे पढ़ाई के लिए इंटरनेशनल स्टूडेंट्स जो हैं, जिन लोगों का वीज़ा ग्रांट हो रखा था बट वो somehow were not able to travel, they can still do the online courses for the institutes they are enrolled with Canadian institutes. They can do online courses while they are in their own country. And वो जो है उसका कोर्स अगर 50% ऑनलाइन ले रहे हैं, बाहर ले रहे हैं, that is still eligible to apply later on after completion of their course. They are going to apply for the postgraduate work permit. So उसके लिए वो कोर्स जो ऑनलाइन है वो भी एलिजिबल होगा। जी ਮਨਦੀਪ ਜੀ, ਇਸੇ ਸਵਾਲ ਤੇ ਜੇ ਅਸੀਂ ਅੱਗੇ ਚੱਲੀਏ ਤਾਂ ਕਈ ਵਾਰੀ ਕੀ ਹੁੰਦਾ ਹੈ, ਕੰਟਰੀਜ਼ ਲਾਈਕ ਇੰਡੀਆ 'ਚ ਜਾਂ ਪਾਕਿਸਤਾਨ 'ਚ ਜਾਂ ਸਾਊਥ ਏਸ਼ੀਅਨ ਕੰਟਰੀਜ਼ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਹੈ ਕਿਸੇ ਵੀ ਕੰਟਰੀ 'ਚ ਕਰਫਿਊ ਲੱਗੇ ਹੋਏ ਨੇ ਔਰ ਘਰੋਂ ਬਾਹਰ ਨਹੀਂ ਜਾਇਆ ਜਾ ਸਕਦਾ, ਕਿਸੇ ਦੀ ਡਿਵਾਈਸ ਨਹੀਂ ਹੈਗੀ ਐਕਸੈਸਿਬਲ, ਕਿਸੇ ਦਾ ਇੰਟਰਨੈਟ ਨਹੀਂ ਹੈਗਾ ਔਰ ਉਹ ਸਮਹਾਓ ਇਹ ਵੀ ਆਪਸ਼ਨ ਜਿਹੜੀ ਹੈ ਉਹਨੂੰ ਅਵੇਲ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਕਿ ਫਿਰ ਉਹਨਾਂ ਦਾ ਸਟੂਡੈਂਟ ਵੀਜ਼ਾ ਜਿਹੜਾ ਉਹ ਖਤਰੇ 'ਚ ਹੈ। ਬੇਸਿਕਲੀ ਕਲਾਸਿਸ ਮਈ 'ਚ ਸਟਾਰਟ ਹੋਣੀਆਂ ਜੀ, ਠੀਕ ਹੈ, ਜੋ ਪਹਿਲੀ ਚੀਜ਼ ਹੈਗੀ ਹੈ। at this current time जो country lockdown है they are still 15 days to month lockdown हो रहे हैं। मेरी रिकमेंडेशन ये होएगी कि सब तो पहला in case due to some specific reason ये बड़ा ही कि ਤੁਹਾਡੇ ਕੋਲ ਐਕਸੈਸ ਨਹੀਂ ਹੈਗਾ, ਇੰਟਰਨੈਟ ਐਕਸੈਸ ਨਹੀਂ ਹੈਗਾ, these are the circumstances country 'ਚ ਉਹ ਤੁਸੀਂ ਵੈਬ ਫਾਰਮ ਦੇ ਥਰੂ ਇਮੀਗ੍ਰੇਸ਼ਨ ਕੈਨੇਡਾ ਨੂੰ ਰਾਈਟ ਵੇ ਐਡਵਾਈਸ ਕਰੋ ਕਿ these are the circumstances ਜਿਹਦੇ ਕੇਸਿਸ 'ਚ ਮੈਂ ਇਹ ਸੈਸ਼ਨ 'ਚ ਨਹੀਂ ਅਪਡੇਟ ਕਰ ਸਕਦਾ। The second thing is you should notify your college or university ਕਿ ਇਸ ਸੈਸ਼ਨ 'ਚ specifically these reasons ਕਰਕੇ including ਅਗਰ ਉਹਨਾਂ ਕੋਲ web cuttings ਹੈਗੀਆਂ ਜਾਂ digital papers ਦੀ cutting ਹੈਗੀ to show to legitimate a proof because they are also aware, right? So mostly ਉਹ ਕੀ ਕਰਦੇ ਆ, ਅਗਰ ਇਹ ਇਨਫੋਰਮੇਸ਼ਨ ਤੁਸੀਂ ਇਮੀਗ੍ਰੇਸ਼ਨ ਨੂੰ ਅਪਡੇਟ ਕਰ ਦੋਗੇ, ਕਾਲਜ ਨੂੰ ਅਪਡੇਟ ਕਰ ਦੋਗੇ, case by case immigration still taking the decisions, but as the Wasim ji ne kiya blanket wise you can still have an access online basis ਤੇ ਤੁਸੀਂ ਆਪਣੀ ਕਲਾਸਿਸ ਸਟਾਰਟ ਕਰ ਸਕਦੇ ਹੋ। ਜਦ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਐਪਲੀਕੇਸ਼ਨ ਲਾਉਂਦੇ ਹੋ, ਨਾਰਮਲੀ ਕੀ ਹੁੰਦਾ ਹੈ ਕਿ ਤੁਹਾਨੂੰ ਟਾਈਮ ਜੋ ਤੁਸੀਂ ਕੈਨੇਡਾ 'ਚ ਸਪੈਂਡ ਕਰਦੇ ਹੋ ਡਿਪੈਂਡਿੰਗ ਅਪੋਨ, ਅਗਰ ਤੁਹਾਡਾ 1 ਸਾਲ ਦਾ ਕੋਰਸ ਹੈਗਾ ਤੁਹਾਨੂੰ 1 ਸਾਲ ਦੀ ਵਰਕ ਪਰਮਿਟ ਮਿਲਦਾ ਹੈ, ਅਗਰ 2 ਸਾਲ ਦਾ ਤੁਹਾਡੇ ਕੋਲ ਕੋਰਸ ਲਿਆ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਐਟ ਦਿਸ ਪੁਆਇੰਟ ਇਮੀਗ੍ਰੇਸ਼ਨ ਇਜ਼ ਸੇਇੰਗ ਕਿ ਅਗਰ ਤੁਸੀਂ ਕੋਰਸ, ਬਿਕਾਜ਼ ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹ ਕਿੰਨੀ ਦੇਰ ਤੱਕ COVID-19 ਦਾ ਆਪਣਾ ਕਹਿਰ ਚੱਲਦਾ ਰਹੇਗਾ, ਤੇ ਉਹਨਾਂ ਨੂੰ ਇਹ ਹੈਗਾ ਕਿ ਐਟ ਦਿਸ ਪੁਆਇੰਟ ਦੇ ਆਰ ਸੇਇੰਗ ਕਿ 50% recommendation ਇਹ ਹੈ ਕਿ hopefully within couple of months the travel restriction will be ਉਹ ਹਟ ਜਾਣਗੀਆਂ ਤੇ ਜੋ ਸਟੂਡੈਂਟ ਹੈਗੇ ਆ ਉਹ ਫਰਸਟ ਓਪਰਚੁਨਿਟੀ ਤੇ ਟਰੈਵਲ ਕਰ ਸਕਦੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਕਈ ਲੋਕੀ ਕੀ ਕਰ ਸਕਦੇ, ਇਸ ਕੇਸ ਦਾ ਮਿਸਯੂਜ਼ ਵੀ ਹੋ ਸਕਦਾ ਹੈ, ਇਸ ਕਰਕੇ ਉਹਨਾਂ ਨੇ ਸਿਰਫ 50% ਤੁਹਾਨੂੰ ਐਲੀਜੀਬਿਲਿਟੀ ਦਿੱਤੀ ਹੈ। ਮੇਰੀ ਰਿਕਮੈਂਡੇਸ਼ਨ ਇਹ ਹੋਏਗੀ ਆਪਣੇ ਜਿੰਨੇ ਵੀ ਵਿਊਅਰਸ ਹੈਗੇ ਆ, ਦ ਮੂਮੈਂਟ ਆਪਣੀ ਕੰਟਰੀ ਦੀ ਰਿਸਟ੍ਰਿਕਸ਼ਨਸ ਠੀਕ ਹੁੰਦੀ ਹੈ, ਕੈਨੇਡਾ ਦੀ ਰਿਸਟ੍ਰਿਕਸ਼ਨ ਠੀਕ ਹੁੰਦੀ ਹੈ ਔਰ ਤੁਹਾਡੇ ਕੋਲ ਫਰਸਟ ਓਪਰਚੁਨਿਟੀ ਹੁੰਦੀ ਹੈ, ਕਮ ਐਂਡ ਸਟਾਰਟ ਸਟੱਡਿੰਗ ਇਨ ਕੈਨੇਡਾ ਇਟਸੈਲਫ। ਜੀ ਵਸੀਮ ਜੀ, ਸਾਨੂੰ ਸਵਾਲ ਕਿਸੇ ਨੇ ਭੇਜਿਆ ਹੈ ਕਿ ਉਹ ਕੈਨੇਡਾ ਗਏ ਸੀਗੇ ਆਈਸੀ ਸਟੂਡੈਂਟ ਵੀਜ਼ਾ ਤੇ ਮਈ 2018 'ਚ, ਲੇਕਿਨ ਉਹਨਾਂ ਨੂੰ ਇੰਡੀਆ ਵਾਪਸ ਜਾਣਾ ਪੈ ਗਿਆ ਸੀ ਜੂਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਹੈਲਥ ਇਸ਼ੂ ਹੋ ਗਿਆ ਸੀ, ਕੋਈ ਬੈਕ ਪ੍ਰੋਬਲਮ ਹੋ ਗਈ ਸੀ ਔਰ ਉਹ ਵਾਪਸ ਨਹੀਂ ਆ ਸਕੇ ਸੀ ਔਰ ਉਹਦੇ ਨਾਲ ਹੀ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਹੈ ਉਹਨੇ ਵੀ ਮਨਾ ਕਰ ਦਿੱਤਾ ਹੈ ਕਿ ਉਹ ਹੁਣ ਵਾਪਸ ਨਹੀਂ ਆ ਸਕਦੇ ਔਰ ਉਹਨਾਂ ਨੇ ਜਿਹੜੀ ਉਹਨਾਂ ਦੀ ਫੀਸ ਹੈ ਉਹ ਵੀ ਰਿਫੰਡ ਕਰ ਦਿੱਤੀ ਸੀ ਔਰ ਹੁਣ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਜੁਲਾਈ 2020 ਤੱਕ ਐਕਸਪਾਇਰ ਹੋਣਾ, ਜਿਹੜਾ ਸਟੂਡੈਂਟ ਵੀਜ਼ਾ ਉਹਨਾਂ ਨੂੰ ਮਿਲਿਆ ਸੀ। ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਕੀ ਉਹ ਇਸੇ ਵੀਜ਼ੇ ਤੇ, ਭਾਵੇਂ ਕਿ ਉਹਨਾਂ ਦੀ ਯੂਨੀਵਰਸਿਟੀ ਨੇ ਉਹਨਾਂ ਦੀ ਫੀਸ ਵੀ ਰਿਫੰਡ ਕਰ ਦਿੱਤੀ ਹੈ, ਕਿ ਇਸੇ ਵੀਜ਼ੇ ਤੇ ਕਿਸੇ ਤਰੀਕੇ ਨਾਲ ਟਰੈਵਲ ਕਰ ਸਕਦੇ ਨੇ ਕੈਨੇਡਾ 'ਚ? देखो मेरी रिकमेंडेशन इस केस के अंदर ये होगी कि इनका जुलाई 20 में ऐसे भी स्टूडेंट वीज़ा एक्सपायर हो रहा है and he is not actively taking part in his studies, ना तो यूनिवर्सिटी जा रहे हैं ना कोई कॉलेज में जा रहे हैं और ये कनाडा से बाहर। इस केस में मेरी रिकमेंडेशन होगी कि एक नई, अगर इन्होंने स्टडी करना ही है तो ही शुड टेक न्यू एनरोलमेंट लेटर फर्स्ट फ्रॉम यूनिवर्सिटी और कॉलेज वेयर एवर ही वांट्स टू स्टडी एंड नया फिर से स्टडी वीज़ा अप्लाई करें। बिकॉज ये हो सकता है कि व्हेन लेट्स से अगर नॉर्मल सिचुएशन में ये होता है कि वो ट्रैवल तो कर सकते हैं, बट जब एयरपोर्ट पे आएंगे एट द पोर्ट ऑफ एंट्री द वीज़ा ऑफिसर कैन आस्क हिम कि भाई अभी आप क्या कर रहे हो कनाडा में, ना तो आप एक्टिवली स्टडी कर रहे हो या कोई और एक्टिविटी कर रहे हो दैट रेज डाउट्स कि आप कनाडा में जाके काम करोगे। सो दैट the officer can stop him and deport him back. Rather than doing that, to be safe, I would suggest
कि इनको अगर पढ़ाई करनी है तो नया एनरोलमेंट लेटर कॉलेज से या यूनिवर्सिटी से जहाँ से भी लेना है और एक स्टडी परमिट अप्लाई करें, बिकॉज एनीवेज ही हैज़ टू एक्सटेंड हिज स्टडी एनीवेज, ठीक है ना। सो नया एनरोलमेंट लेटर लेके फिर से स्टडी वीज़ा अप्लाई करें। सो जुलाई के बाद ही विल हैव एक्सटेंशन बाय जुलाई। अगर ये सिचुएशन नॉर्मल होती भी है तो देन वी कैन थिंक अबाउट लाइक मई या जून में जाके नॉर्मल होगी। अभी तो ऐसे भी एक्सटेंशन कर रहे हैं 28 दिन का और एक्सटेंशन। So even if he is like able to travel, he won't be able to come until June anyways. So better he should apply for student visa further and get the enrollment. ਜੀ ਮਨਦੀਪ ਜੀ, ਵਸੀਮ ਜੀ, ਸਾਨੂੰ ਸਾਡੇ ਵਿਊਅਰ ਨੇ ਇੱਕ ਆਡੀਓ ਮੈਸੇਜ ਭੇਜਿਆ ਹੈ। ਆਡੀਓ ਮੈਸੇਜ ਦੀ ਜਿਹੜੀ ਆਵਾਜ਼ ਹੈ ਘੱਟ ਹੋਣ ਕਰਕੇ ਅਸੀਂ ਸੁਣਾ ਨਹੀਂ ਪਾ ਰਹੇ, ਪਰ ਮੈਂ ਤੁਹਾਨੂੰ ਕੁਐਸਚਨ ਦੱਸ ਦਿੰਨੀ ਆ। ਉਹਨਾਂ ਦਾ ਬੇਬੀ ਜਿਹੜਾ ਹੈ ਉਹ ਇੱਥੇ ਹੈ ਔਰ ਉਹਨੂੰ ਹੱਡੀਆਂ ਦੀ ਪ੍ਰੋਬਲਮ ਹੈ ਔਰ ਉਹ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਕਿ ਤੁਸੀਂ ਜਿਹੜਾ ਆ ਆਪਣਾ ਜਿਹੜਾ ਬੱਚਾ ਥੋੜਾ ਟਰੈਵਲ ਨਹੀਂ ਕਰ ਸਕਦਾ, ਅਤੇ ਉਹ ਜਿਹੜੇ ਨੇ ਉਹਨਾਂ ਨੇ ਅਥੋਰਿਟੀਜ਼ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹ ਕਹਿਣਾ ਚਾਹ ਰਹੇ ਨੇ ਕਿ ਮੈਨੂੰ ਵੀ ਇੱਥੇ ਰਹਿਣ ਦੀ ਜਿਹੜੀ ਬੱਚੇ ਦੇ ਨਾਲ ਇਜਾਜ਼ਤ ਦਿੱਤੀ ਜਾਵੇ। 1.5 ਸਾਲ ਤੋਂ ਬੱਚਾ ਤੇ ਉਹ ਇੱਥੇ ਹੀ ਨੇ, ਲੇਕਿਨ ਹੁਣ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਅਗਰ ਤੁਹਾਡਾ ਬੱਚਾ ਟਰੈਵਲ ਨਹੀਂ ਕਰ ਸਕਦਾ ਤਾਂ ਤੁਸੀਂ ਬੱਚਾ ਛੱਡ ਕੇ ਵਾਪਸ ਜਾ ਸਕਦੇ ਹੋ। ਅਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਕਿਉਂਕਿ ਬੱਚਾ ਕਾਫੀ ਛੋਟਾ ਹੈ, ਫਿਰ ਉਹਨੂੰ ਛੱਡ ਕੇ ਉਹ ਕਿਉਂਕਿ ਮਦਰ ਨੇ ਤੇ ਵਾਪਸੀ ਕਿਵੇਂ ਕਰ ਸਕਦੇ ਨੇ ਔਰ ਕਿਸ ਤਰੀਕੇ ਨਾਲ ਉਹ ਇੱਥੇ ਬੱਚੇ ਦੇ ਨਾਲ ਰਹਿ ਸਕਣ। ਕੋਈ ਇਦਾਂ ਦਾ ਪ੍ਰੋਗਰਾਮ ਜਾਂ ਕੋਈ ਇਦਾਂ ਦਾ ਤਰੀਕਾ ਹੈ ਕਿ ਉਹ ਆਪਣੇ ਬੱਚੇ ਦੇ ਨਾਲ ਇੱਥੇ ਰਹਿ ਸਕਣ? ਹਾਂਜੀ, ਸਭ ਤੋਂ ਪਹਿਲਾਂ ਮੇਰੀ ਸਿੰਪਥੀ ਪੂਰੀ ਉਹਨਾਂ ਨਾਲ ਹੈਗੀ ਹੈ ਕਿ ਉਹ ਇਸ ਸਿਚੁਏਸ਼ਨ 'ਚੋਂ ਗੁਜ਼ਰ ਰਹੇ। ਪੇਰੈਂਟਸ ਵਾਸਤੇ ਬਹੁਤ ਡਿਫਿਕਲਟ ਹੁੰਦਾ ਹੈ ਇਹੋ ਜਿਹੀ ਸਿਚੁਏਸ਼ਨ 'ਚ ਜਦ ਉਹਨਾਂ ਦਾ ਬੱਚਾ ਟਰੈਵਲ ਨਹੀਂ ਕਰ ਸਕਦਾ ਐਂਡ ਇਮੀਗ੍ਰੇਸ਼ਨ ਅਥਾਰਟੀਜ਼ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਯੂ ਸ਼ੁੱਡ ਲੀਵ। ਪਹਿਲੀ ਚੀਜ਼ ਹੋਣਗੀ ਉਹਨਾਂ ਦਾ ਸਟੇਟਸ ਕੀ ਹੈਗਾ ਜੀ। ਉਹਨਾਂ ਨੂੰ ਪਹਿਲਾ ਕੁਐਸਚਨ ਇਹ ਹੈਗਾ ਕਿ ਆਪਣਾ ਸਟੇਟਸ ਮੇਨਟੇਨ ਕਰਕੇ ਰੱਖਣਾ। ਅਗਰ ਵਿਜ਼ਟਰ ਹੈਗਾ ਤਾਂ ਵਿਜ਼ਟਰ ਐਕਸਟੈਂਡ ਕਰਾਉਣ ਦੇ। ਦੂਜੀ ਆਪਸ਼ਨ ਹੁੰਦੀ ਹੈ ਇਹ ਸਪੈਸੀਫਿਕ ਕੇਸਿਸ 'ਚ ਇੱਕ ਐਪਲੀਕੇਸ਼ਨ ਹੁੰਦੀ ਹੈ, ਉਹਨੂੰ ਕਹਿੰਦੇ HNC, ਹਿਊਮਨਿਟੇਰੀਅਨ ਕੰਪੈਸ਼ਨੇਟ ਗਰਾਊਂਡ। ਇਹ ਲਾਸਟ ਰਿਜ਼ੋਰਟ ਐਪਲੀਕੇਸ਼ਨ ਹੁੰਦੀ ਹੈ ਜਿਹਦੇ 'ਚ ਕੋਈ ਵੀ ਐਪਲੀਕੇਸ਼ਨ ਨਹੀਂ ਲੱਗ ਸਕਦੀ। ਤੇ ਬੇਸਿਕਲੀ ਡਿਪੈਂਡਿੰਗ ਅਪੋਨ ਦਾ ਸਟੇਟਸ ਆਫ ਦਾ ਚਾਈਲਡ ਆਲਸੋ ਕਿ ਸਟੇਟਸ ਕੀ ਹੈ ਉਹਦਾ, ਉਹਨਾਂ ਨੇ ਕਲੈਰੀਫਾਈ ਨਹੀਂ ਕੀਤਾ ਸਾਨੂੰ। ਅਗਰ ਉਹ ਕੈਨੇਡੀਅਨ ਸਿਟੀਜ਼ਨ ਹੈਗਾ ਤੇ ਬੈਸਟ ਇੰਟਰਸਟ ਆਫ ਚਾਈਲਡ ਬਹੁਤ ਇੱਕ ਸਟਰੋਂਗ ਆਰਗੂਮੈਂਟ ਹੋ ਜਾਂਦਾ ਹੈ ਕਿ ਕੈਨੇਡੀਅਨ ਬੌਰਨ ਹੈਗਾ, ਥੀਸ ਆਰ ਦ ਸਰਕਮਸਟੈਂਸਿਸ, ਟਰੈਵਲ ਨਹੀਂ ਕਰ ਸਕਦਾ, ਨੋਬਡੀ ਇਜ਼ देयर ਟੂ ਟੇਕ ਕੇਅਰ। ਉਹਨਾਂ ਨੇ ਇਨਫੋਰਮੇਸ਼ਨ ਸਾਨੂੰ ਪੂਰੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿੱਤੀ, ਪਰ ਜਿੰਨੀ ਇਨਫੋਰਮੇਸ਼ਨ ਨਾਲ ਮੇਰੀ ਅੰਡਰਸਟੈਂਡਿੰਗ ਇਹ ਹੈਗੀ ਕਿ HNC ਐਪਲੀਕੇਸ਼ਨ ਇਹਨਾਂ ਦੀ ਬਣ ਸਕਦੀ ਹੈ। ਬਟ ਅਗੇਨ ਇਹ ਕੁਆਲੀਫਾਈ ਇੱਕ ਇਮੀਗ੍ਰੇਸ਼ਨ ਲਾਇਰ ਯਾਨੀ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕੰਸਲਟ ਕਰਨ ਰਾਈਟ ਅਵੇ ਤਾਂ ਕਿ ਉਹ ਉਹਨਾਂ ਦੀ ਅਸੈਸ ਕਰ ਸਕੀਏ ਡਿਪੈਂਡਿੰਗ ਅਪੋਨ ਸਿਚੁਏਸ਼ਨ ਕੀ ਹੈਗੀ ਹੈ। ਬਟ ਓਵਰਆਲ HNC ਦੀ ਐਪਲੀਕੇਸ਼ਨ ਕਾਫੀ ਟਾਈਮ ਲਾਉਂਦੀ ਹੈ ਤੇ ਉਹਨਾਂ ਨੂੰ ਰਾਈਟ ਅਵੇ ਇਹਨਾਂ ਨੂੰ ਐਕਟ ਕਰਨਾ ਪਏਗਾ ਕਿਉਂਕਿ ਈਵਨ ਇਨ ਰਿਸਪੈਕਟਿਵਲੀ ਕਰੋਨਾ ਵਾਇਰਸ ਕਰਕੇ ਤਾਂ ਤੁਸੀਂ ਟਰੈਵਲ ਕਰ ਹੀ ਨਹੀਂ ਸਕਦੇ। ਬਟ ਇਸ ਸਿਚੁਏਸ਼ਨ 'ਚ she should start working on HNC application at least ताकि वो एप्लीकेशन जो नॉर्मल टाइम च 24 to 36 मंथ ਦਾ ਵੀ ਟਾਈਮਲਾਈਨ ਹੁੰਦਾ ਪਰ ਉਹਦੇ ਨਾਲ ਤੁਹਾਨੂੰ ਐਕਸਟੈਂਸ਼ਨ ਨਹੀਂ ਮਿਲਦੀ ਹੈ। ਤੇ ਉਹਦੀ ਐਪਲੀਕੇਸ਼ਨ ਦੇ ਨਾਲ ਤੁਸੀਂ ਐਜ਼ ਅ ਵਿਜ਼ਟਰ ਵੀਜ਼ਾ ਲਾ ਸਕਦੇ ਹੋ ਐਕਸਟੈਂਸ਼ਨ ਡਿਪੈਂਡਿੰਗ ਅਪਨ ਕਿ ਤੁਹਾਡੀ ਐਪਲੀਕੇਸ਼ਨ ਕਿਹੋ ਜਿਹੀ ਹੈ। ਸੇ ਦਿਸ ਇਜ਼ ਦ ਓਨਲੀ ਥਿੰਗ ਆਈ ਕੈਨ ਥਿੰਕ ਆਫ। ਜੀ ਬਹੁਤ ਸ਼ੁਕਰੀਆ ਮਨਦੀਪ ਜੀ, ਵਸੀਮ ਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਇਹ ਸੀ ਸਾਡਾ ਅੱਜ ਦਾ ਐਪੀਸੋਡ ਤੇ ਆਪਣੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਸੇ ਹੀ ਟੌਪਿਕ ਤੇ, ਪਰ ਕਿਉਂਕਿ ਇਹਦੀਆਂ ਟਾਈਪਸ ਕਾਫੀ ਜ਼ਿਆਦਾ ਹੋਰ ਨੇ ਔਰ ਇੱਕ ਐਪੀਸੋਡ ਦੇ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ ਸੀ, ਇਸ ਲਈ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, WhatsApp ਆਡੀਓ ਮੈਸੇਜ ਜਾਂ ਮੈਸੇਜ ਇਸ ਨੰਬਰ ਦੇ ਉੱਤੇ।